ਅੱਜ ਤਹਿਰੀਕ ਇਨਸਾਫ ਤੇ ਸੁੰਨੀ ਇਤਿਹਾਦ ਕੌਂਸਲ ਇਹਨਾਂ ਨੂੰ ਇੱਕ ਅਹਿਮ ਕਾਮਯਾਬੀ ਮਿਲੀ। ਸੁਪਰੀਮ ਕੋਰਟ ਨੇ ਉਮੀਦ ਦਿਲਾਈ ਆਪਣੇ ਫੈਸਲੇ ਦੇ ਜ਼ਰੀਏ ਕਿ ਪਾਕਿਸਤਾਨ ਦੇ ਵਿੱਚ ਹਾਲੇ ਆਇਨ ਦੀ ਬਾਲਾਦਸਤੀ ਜਿਹੜੀ ਹੈ ਉਹਦੇ ਤੋਂ ਮਾਯੂਸ ਨਾ ਹੋਣ ਦਿਓ। ਫੈਸਲਾ ਇਹ ਹੋਇਆ ਕਿ ਤਹਿਰੀਕ ਇਨਸਾਫ ਦੀਆਂ ਮਖਸੂਸ ਨਸ਼ਿਸਤਾਂ ਦਾ ਮਾਮਲਾ ਸੀ। ਕੌਮੀ ਅਸੈਂਬਲੀ ਤੇ ਸੂਬਾਈ ਅਸੈਂਬਲੀਆਂ ਦੇ ਵਿੱਚ ਕੋਈ 78 ਮੈਂਬਰ ਤਹਿਰੀਕ ਇਨਸਾਫ ਦੇ ਮਖਸੂਸ ਨਸ਼ਿਸਤਾਂ ਤੇ ਬਣਦੇ ਸਨ। ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਆਇਨ ਦੇ ਆਰਟੀਕਲ 51 ਦੇ ਤਹਿਤ ਚੂੰਕਿ ਕੁਝ ਕਾਨੂੰਨੀ ਤੇ ਆਇਨੀ ਹੁਕਮ ਹੈਗੇ ਨੇ, ਇਸ ਵਾਸਤੇ ਤਹਿਰੀਕੇ ਇਨਸਾਫ ਨੂੰ ਇਹ ਵਾਲੀਆਂ ਸੀਟਾਂ ਨਹੀਂ ਦਿੱਤੀਆਂ ਜਾ ਸਕਦੀਆਂ ਔਰ ਇਹ ਵਾਲੀਆਂ ਸੀਟਾਂ ਬਾਕੀ ਜਿਹੜੀਆਂ ਜਮਾਤਾਂ ਪਾਰਲੀਮੈਂਟ ਦੇ ਵਿੱਚ ਮੌਜੂਦ ਨੇ, ਅਸੈਂਬਲੀਆਂ 'ਚ ਮੌਜੂਦ ਨੇ, ਉਹਨਾਂ ਵਿੱਚ ਵੰਡ ਦਿੱਤੀਆਂ ਜਾਣ। ਔਰ ਅਸੀਂ ਵੇਖਿਆ ਕਿ ਤਹਿਰੀਕ ਇਨਸਾਫ ਨੇ ਜਦੋਂ ਵਜ਼ੀਰ ਆਜ਼ਮ ਦਾ ਇੰਤਖਾਬ ਸੀ ਤੇ ਇਤਰਾਜ਼ ਚੁੱਕਿਆ ਕਿ ਮੁਕੰਮਲ ਨਹੀਂ ਹੈਗਾ ਈਵਾਨ, ਮਖਸੂਸ ਨਸ਼ਿਸਤਾਂ ਦੇ ਉੱਤੇ ਨਹੀਂ ਹਾਲੇ ਇੰਤਖਾਬ, ਤੇ ਇਹ ਇਲੈਕਸ਼ਨ ਰੋਕਿਆ ਜਾਵੇ। ਉਦੋਂ ਉਹਦੀ ਗੱਲ ਨਹੀਂ ਮੰਨੀ ਗਈ। ਫਿਰ ਜਦੋਂ ਸਦਰ ਦਾ ਇੰਤਖਾਬ ਹੋਇਆ ਉਦੋਂ ਵੀ ਇਹ ਸਵਾਲ ਉੱਠਿਆ। ਫਿਰ ਜਦੋਂ ਸੈਨੇਟ ਦੇ ਇਲੈਕਸ਼ਨ ਹੋਏ ਤੇ ਉਦੋਂ ਵੀ ਇਹ ਸਵਾਲ ਉੱਠਿਆ। ਤਹਿਰੀਕ ਇਨਸਾਫ ਹਰ ਵਾਰ ਕਹਿੰਦੇ ਰਹੀ ਕਿ ਅਸੈਂਬਲੀਆਂ ਦੇ ਵਿੱਚ ਮੈਂਬਰ ਪੂਰੇ ਨਹੀਂ ਹੈਗੇ, ਲੇਕਿਨ ਇਲੈਕਸ਼ਨ ਕਮਿਸ਼ਨ ਉਹਨੇ ਆਪਣੀ ਮਰਜ਼ੀ ਨਾਲ ਬਿਠਾ ਦਿੱਤੇ, ਪਾਰਟੀਆਂ ਨੂੰ ਦੂਜੀਆਂ 'ਚ ਵੰਡ ਦਿੱਤੇ। ਪਸ਼ਾਵਰ ਦੇ ਵਿੱਚ ਜਾਂ KPK ਅਸੈਂਬਲੀ ਦੇ ਵਿੱਚ ਮਾਮਲਾ ਹੋਰ ਤਰ੍ਹਾਂ ਸਾਨੂੰ ਸਾਹਮਣੇ ਆਇਆ। ਸਾਡੇ ਉੱਥੇ ਜਦੋਂ ਮਖਸੂਸ ਨਸ਼ਿਸਤਾਂ ਦੇ ਉੱਤੇ ਤਹਿਰੀਕ ਇਨਸਾਫ ਦੀ ਬਜਾਏ ਪਾਕਿਸਤਾਨ ਮੁਸਲਿਮ ਲੀਗ ਨਵਾਜ਼, ਜਮੀਅਤ ਉਲਮਾ ਇਸਲਾਮ, ਪੀਪਲਜ਼ ਪਾਰਟੀ ਤੇ ਦੀਗਰ ਜਮਾਤਾਂ ਦੇ ਵਿੱਚ ਉਹ ਸੀਟਾਂ ਵੰਡ ਦਿੱਤੀਆਂ ਗਈਆਂ ਤੇ ਉੱਥੇ ਮੁਜ਼ਹਕ ਅਖੇਰ ਸੂਰਤ ਹਾਲ ਇਹ ਬਣੀ ਕਿ ਜਿਹੜੀਆਂ ਜਮਾਤਾਂ ਫਰਜ਼ ਕੀਤਾ ਜਿੱਤ ਕੇ ਆਮ ਇਲੈਕਸ਼ਨ ਦੇ ਵਿੱਚ 10 ਸੀਟਾਂ ਸਨ, ਉਹਨਾਂ ਨੂੰ ਉੱਥੇ 20-20, 15-15 ਨਸ਼ਿਸਤਾਂ ਮਖਸੂਸ ਮਿਲ ਗਈਆਂ, ਯਾਨੀ ਜਿੱਤੇ ਬਗੈਰ ਉਸ ਤੋਂ ਵੀ ਬਹੁਤੀਆਂ ਸੀਟਾਂ ਮਿਲ ਗਈਆਂ। ਇਹ ਇੱਕ ਮਜ਼ਾਕ ਜਿਹਾ ਬਣ ਗਿਆ। ਤੇ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਗਿਆ ਕਿ ਜਨਾਬ ਇਹ ਮਜ਼ਾਕ ਨੂੰ ਠੀਕ ਕਰੋ, ਤੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਜੀ ਇਹ ਤਾਂ ਆਇਨ ਦੇ ਮੁਤਾਬਕ ਫੈਸਲਾ ਕੀਤਾ ਔਰ ਬਾਕੀ ਜਿਹੜੇ ਸਕਮ ਹੈਗੇ ਸਨ ਤਹਿਰੀਕ ਇਨਸਾਫ ਦੇ ਵਾਲੇ ਨਾਲ, ਉਹਨਾਂ ਨੂੰ ਯਾਦ ਕਰਾ ਕੇ ਉਹਨਾਂ ਨੇ ਇਹ ਰਿਜੈਕਟ ਕਰ ਦਿੱਤੀਆਂ ਪੰਜਾਬੀਆਂ। ਫਿਰ ਤਹਿਰੀਕ ਇਨਸਾਫ ਪਸ਼ਾਵਰ ਹਾਈ ਕੋਰਟ ਗਈ। ਪਸ਼ਾਵਰ ਹਾਈ ਕੋਰਟ ਨੇ ਵੀ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਬਰਕਰਾਰ ਰੱਖਿਆ। ਉਸ ਤੋਂ ਬਾਅਦ ਤਹਿਰੀਕ ਇਨਸਾਫ ਚਲੇਗੀ ਸੁਪਰੀਮ ਕੋਰਟ। ਅਗਰਚੇ ਸੁਪਰੀਮ ਕੋਰਟ ਤੋਂ ਬਹੁਤ ਸਾਰੀਆਂ ਉਮੀਦਾਂ ਨਹੀਂ ਸਨ ਤੇ ਬਾਵਜੂਦ ਲੋਕ ਸਮਝਦੇ ਸਨ ਕਿ ਸੁਪਰੀਮ ਕੋਰਟ ਜਿਹੜੀ ਹੈ ਇਸ ਵਕਤ ਬਲਕਿ ਸਾਰੀਆਂ ਅਦਾਲਤਾਂ ਵੱਲੋਂ ਤਹਿਰੀਕ ਇਨਸਾਫ ਦੀ ਸੁਣਵਾਈ ਨਹੀਂ ਹੋ ਪਾ ਰਹੀ। ਉਹਦੀ ਵਜੂਹਾਤ ਕੋਈ ਵੀ ਸਨ, ਲੇਕਿਨ ਉਹ ਜੱਜਾਂ ਦਾ ਮੇਰਾ ਖਿਆਲ ਜਿਹੜਾ 6 ਜੱਜਾਂ ਦਾ ਖਤ ਔਰ ਫਿਰ ਬਾਕੀ ਹਾਈ ਕੋਰਟਸ ਦੇ ਵਿੱਚੋਂ ਵੀ ਕੁਝ ਸ਼ਿਕਾਇਤਾਂ ਆ ਗਈਆਂ ਮੁਦਾਖਲਤ ਦੀਆਂ, ਤੇ ਉਹਦੇ ਉੱਤੇ ਫਿਰ ਸੁਪਰੀਮ ਕੋਰਟ ਨੇ ਕਾਰਵਾਈ ਵੀ ਕਰਨਾ ਪਈ, ਉਹਦੀ ਸਮਾਅਤ ਵੀ ਕਰਨੀ ਪਈ। ਤੇ ਇਹਨੇ ਵੀ ਇੱਕ ਮਾਹੌਲ ਬਣਾਇਆ ਥੋੜਾ ਜਿਹਾ ਨਜ਼ਰਸਾਨੀ ਦੇ ਉੱਤੇ ਜਿਹੜਾ ਫੈਸਲਿਆਂ ਦੇ ਮਾਮਲਾਤ ਨੇ। ਤੇ ਕਿਹਾ ਜਾ ਰਿਹਾ ਕਿ ਇਹ ਇਬਤਦਾਈ ਤੌਰ ਤੇ ਤਾਂ ਉਸੇ ਪਾਸੇ ਦੀ ਗੱਲ ਹੈ ਕਿ ਜਿਵੇਂ ਬੈਲੈਂਸ ਕਰਨ ਦੀ ਕੋਸ਼ਿਸ਼। ਬਹਰਹਾਲ ਇਹ ਇੱਕ ਚੰਗੀ ਗੱਲ ਹੋਈ। ਪੂਰੇ ਮੰਜ਼ਰਨਾਮੇ ਤੇ ਸਾਨੂੰ ਨਜ਼ਰ ਆ ਰਿਹਾ ਸੀ ਕਿ ਕਸ਼ੀਦਗੀ ਕਿਸੇ ਸੂਰਤ ਘੱਟ ਨਹੀਂ ਹੋਣ ਡਈ ਔਰ ਬਜ਼ਾਹਰ ਇੱਕ ਆਇਨੀ ਖੁੱਲੀ ਜੀ ਗੱਲ ਹੈਗੀ ਤੇ ਉਹਦੀ ਵੀ ਖਿਲਾਫ ਵਰਜੀ ਹੋ ਰਹੀ ਔਰ ਕੋਈ ਇਦਾਰਾ ਜਿਹੜਾ ਹੈ ਉਹ ਉਸ ਗਲਤੀ ਨੂੰ ਸੁਧਾਰਨ ਤੇ ਤਿਆਰ ਹੀ ਨਹੀਂ ਹੈਗਾ। ਸੁਪਰੀਮ ਕੋਰਟ ਤੋਂ ਉਮੀਦਾਂ ਹੁੰਦੀਆਂ ਨੇ ਕਿ ਉਹ ਆਇਨ ਦੀ ਤਸ਼ਰੀਹ ਵੀ ਕਰਦਾ ਹੈ ਤੇ ਆਇਨ ਦੇ ਖਿਲਾਫ ਆਇਨ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੁਅੱਤਲ ਵੀ ਕਰਦਾ, ਮਨਸੂਖ ਵੀ ਕਰਦਾ, ਪਰ ਉਮੀਦਾਂ ਪੂਰੀਆਂ ਨਹੀਂ ਸੀ ਹੋ ਰਹੀਆਂ। ਤੇ ਇਸ ਫੈਸਲੇ ਦੇ ਨਾਲ ਉਹ ਵਾਲੀਆਂ ਉਮੀਦਾਂ ਪੂਰੀਆਂ ਹੋਈਆਂ ਔਰ ਤਹਿਰੀਕ ਇਨਸਾਫ ਜਿਹੜੀ ਹੈ ਉਹ ਖਾਸੀ ਖੁਸ਼ ਹੈ ਇਹਦੇ ਉੱਤੇ। ਪੂਰੇ ਕੌਮੀ ਅਸੈਂਬਲੀ ਤੇ ਚਾਰੋਂ ਸੂਬਾਈ ਅਸੈਂਬਲੀਆਂ ਜਿਹੜੀਆਂ ਨੇ ਉੱਥੇ ਅਗਰ ਵੇਖਿਆ ਜਾਵੇ ਤੇ ਮਖਸੂਸ ਨਸ਼ਿਸਤਾਂ ਅਗਰ ਇਸ ਫੈਸਲੇ ਦੇ ਮੁਤਾਬਕ, ਹਾਲੇ ਤਾਂ ਇਹ ਚੱਲੇਗਾ ਮਾਮਲਾ ਸਰੇ ਦਸਤਾ, ਅਦਾਲਤ ਨੇ ਇਹ ਕਿਹਾ ਸੁਪਰੀਮ ਕੋਰਟ ਨੇ ਕਿ ਜਿਹੜੇ ਇਹਨਾਂ ਨਸ਼ਿਸਤਾਂ ਦੇ ਉੱਤੇ ਦੂਜੀਆਂ ਜਮਾਤਾਂ ਦੇ ਕਾਬਜ਼ ਬੈਠੇ ਨੇ ਨਾ ਮੈਂਬਰ, ਉਹ ਕਿਸੇ ਵੀ ਕਾਨੂੰਨ ਸਾਜ਼ੀ ਦੇ ਵਿੱਚ ਸ਼ਿਰਕਤ ਨਾ ਕਰਨ। ਉਹ ਯਾਨੀ ਮੁਅੱਤਲ ਨੇ ਇੱਕ ਤਰ੍ਹਾਂ ਦੇ, ਉਹਨਾਂ ਦੀ ਜਿਹੜੀ ਹੈਸੀਅਤ ਹੈ ਅਸੈਂਬਲੀ 'ਚ ਬਹਿਣ ਦੀ ਉਹ ਮੁਅੱਤਲ ਹੈਗੀ, ਉਹ ਕਿਸੇ ਕਾਨੂੰਨ ਸਾਜ਼ੀ ਦਾ ਹਿੱਸਾ ਨਹੀਂ ਬਣ ਸਕਦੇ। ਤੇ ਇਹ ਅਗਲਾ ਜਿਹੜਾ ਵੱਡਾ ਬੈਂਚ ਉਹ ਫੈਸਲਾ ਕਰੇਗਾ ਤੇ ਉਸ ਫੈਸਲੇ ਦੇ ਮੁਤਾਬਕ ਫਿਰ ਜੋ ਸੂਰਤ ਹਾਲ ਹੋਏਗੀ ਉਹਦੇ ਮੁਤਾਬਕ ਫਿਰ ਅੱਗੇ ਵੇਖਿਆ ਜਾਏਗਾ। ਹਾਲੇ ਤੱਕ ਤਾਂ ਇਹੀ ਲੱਗਦਾ ਜਿਵੇਂ ਜੱਜਿਸ ਨੇ ਉੱਥੇ ਰਿਮਾਰਕਸ ਆਪਣੇ ਦਿੱਤੇ। ਜਸਟਿਸ ਅਤਰਮਨ ਅੱਲਾ ਨੇ ਕਿਹਾ ਕਿ ਆਵਾਮ ਦਾ ਜਿਹੜਾ ਮੈਂਡੇਟ ਹੈ ਉਹਨੂੰ ਉਹਦੀ ਹਿਫਾਜ਼ਤ ਸੁਪਰੀਮ ਕੋਰਟ ਕਰੇਗੀ। ਇਸੇ ਤਰ੍ਹਾਂ ਹੀ ਜਸਟਿਸ ਮਨਜ਼ੂਰ ਅਲੀ ਸ਼ਾਹ ਜਿਹੜੇ ਨੇ ਉਹਨਾਂ ਨੇ ਵੀ ਸਵਾਲ ਕੀਤਾ ਵਕੀਲ ਕੋਲੋਂ ਕਿ ਕਿਆ ਐਸਾ ਹੋ ਸਕਦਾ ਕਿ ਇੱਕ ਜਮਾਤ ਜਿਹੜੀ ਹੈ ਉਹ ਅਸੈਂਬਲੀ ਦੇ ਵਿੱਚ ਜਿੰਨੀਆਂ ਸੀਟਾਂ ਜਿੱਤਦੀ ਤੇ
ਉਹਦਾ ਜਿਹੜਾ ਤਨਾਸਬ ਬਣਦਾ, ਜਿਹੜਾ ਹਿੱਸਾ ਬਣਦਾ ਹੈ ਕਾਨੂੰਨ ਤੇ ਆਇਨ ਦਾ, ਉਹਦੇ ਤੋਂ ਜ਼ਿਆਦਾ ਉਹਨੂੰ ਹਿੱਸਾ ਦੇ ਦਿੱਤਾ ਜਾਵੇ। ਤੇ ਜਿਹੜੇ ਵਕੀਲ ਸਾਹਿਬ ਚਲੋ ਉਹਨਾਂ ਨੇ ਕਿਹਾ ਜੀ ਨਹੀਂ ਜੀ, ਇਹ ਤਾਂ ਨਹੀਂ ਹੋ ਸਕਦਾ। ਤੇ ਇਹ ਸਾਰੇ ਜਿਹੜੇ ਇਸ਼ਾਰੇ ਸਨ, ਇਹ ਵਾਧੇ ਤੌਰ ਸਨ ਕਿ ਸੁਪਰੀਮ ਕੋਰਟ ਚਾਹੁੰਦੀ ਹੈ ਕਿ ਕਨਸਟੀਟਿਊਸ਼ਨ ਜਿਹੜਾ ਹੈ ਉਹਦੀ ਪ੍ਰੀਵੇਲ ਹੋਵੇ ਬਾਲਾਦਸਤੀ, ਔਰ ਇਹ ਫੈਸਲੇ ਨੂੰ ਇਸੇ ਹਵਾਲੇ ਨਾਲ ਵੇਖਿਆ ਜਾਂਦਾ। ਹੁਣ ਅਸੀਂ ਇਹ ਵੇਖਦੇ ਹਾਂ ਕਿ ਤਹਿਰੀਕ ਇਨਸਾਫ ਦਾ ਇਹਦੇ ਉੱਤੇ ਰੱਦ ਅਮਲ ਕੀ ਆਇਆ। ਇਸ ਤੋਂ ਬਾਅਦ ਇੱਕ ਹੋਰ ਗੱਲ ਵੀ ਵੇਖਾਂਗੇ ਕਿ ਇਸ ਫੈਸਲੇ ਦਾ ਹਕੂਮਤ ਦੇ ਉੱਤੇ ਕੀ ਅਸਰ ਪਏਗਾ। ਤੇ ਤਹਿਰੀਕ ਇਨਸਾਫ ਦੀ ਜਿੱਥੇ ਤੱਕ ਗੱਲ ਹੈ ਕਿ ਤਹਿਰੀਕ ਇਨਸਾਫ ਦੇ ਜਿਹੜੇ ਚੇਅਰਮੈਨ ਨੇ ਬੈਰਿਸਟਰ ਗੌਹਰ ਔਰ ਸਲਮਾਨ ਅਕਰਮ ਰਾਜਾ, ਇਹਨਾਂ ਦੋਵਾਂ ਨੇ ਇਹਦੇ ਉੱਤੇ ਫੌਰੀ ਤੌਰ ਤੇ ਰੱਦ ਅਮਲ ਦਿੱਤਾ। ਦੋਵਾਂ ਨੇ ਕਿਹਾ ਕਿ ਸਾਡਾ ਮੌਕਫ ਇਹੀ ਸੀ ਕਿ ਸਾਡਾ ਮੈਂਡੇਟ ਚੋਰੀ ਹੋਇਆ, ਇਹ ਮੈਂਡੇਟ ਸਾਨੂੰ ਵਾਪਸ ਕੀਤਾ ਜਾਵੇ। ਤੇ ਸੁਪਰੀਮ ਕੋਰਟ ਨੇ ਉਹ ਮੈਂਡੇਟ ਸਾਨੂੰ ਵਾਪਸ ਕਰ ਦਿੱਤਾ। ਦੂਸਰਾ ਉਹਨਾਂ ਨੇ ਕਿਹਾ ਕਿ ਅਸੀਂ ਤੋਕੋ ਕਰਦੇ ਹਾਂ ਸੁਪਰੀਮ ਕੋਰਟ ਤੋਂ ਕਿ ਸਾਡੇ ਜਿਹੜੇ ਸ਼ਿਕਾਇਤ ਨੇ ਉਹਦਾ ਅਜ਼ਾਲਾ ਹੋਵੇਗਾ। ਤੇ ਇਹ ਇੱਕ ਪੋਜ਼ਿਟਿਵ ਵੇ ਦੇ ਵਿੱਚ ਇਹ ਗੱਲ ਨੂੰ ਉਹਨਾਂ ਨੇ ਅੰਜਾਮ ਤੱਕ ਪਹੁੰਚਾਇਆ। ਹੁਣ ਜਿਹੜੇ ਆਇਨੀ ਮਾਹਿਰੀਨ ਨੇ ਜਾਂ ਇਲੈਕਸ਼ਨ ਦੇ ਪ੍ਰੋਸੈਸ ਦੇ ਜਾਣਨ ਵਾਲੇ ਲੋਕ ਨੇ, ਉਹਨਾਂ ਦਾ ਇਹ ਖਿਆਲ ਹੈ ਕਿ ਇਹ ਫੈਸਲਾ ਜਿਹੜਾ ਇਹਦੇ ਦੋ ਅਸਰਾਤ ਹੋਣ। ਇੱਕ ਤਾਂ ਫੌਰੀ ਤੌਰ ਤੇ ਹੋਏਗਾ ਕਿ ਹਕੂਮਤ ਦੀ ਸਾਖ ਜਿਹੜੀ ਹੈ ਨਾ, ਇੱਕ ਡੈਮੋਕ੍ਰੈਟਿਕ ਔਰ ਫੇਅਰ ਗੇਮ ਦੇ ਹਵਾਲੇ ਨਾਲ ਉਹ ਮੁਤਾਸਰ ਹੋਏ। ਯਾਨੀ ਉਹ ਜਿਵੇਂ ਕ੍ਰਿਕਟ ਦੇ ਵਿੱਚ ਹੁੰਦਾ ਨਾ ਕਿ ਇੱਕ ਪਲੇਅਰ ਆਊਟ ਹੋ ਜਾਵੇ ਤੇ ਬਾਅਦ ਇਹ ਪਤਾ ਹੋਵੇ ਕਿ ਆਊਟ ਹੈ, ਤੇ ਕਿਸੇ ਵਜ੍ਹਾ ਨਾਲ ਅੰਪਾਇਰ ਨੂੰ ਜਾਂ ਵੈਸੇ ਹੀ ਧੋਖਾ ਹੋ ਜਾਏ, ਅੰਪਾਇਰ ਨੂੰ ਪਤਾ ਨਾ ਲੱਗੇ ਤੇ ਅੰਪਾਇਰ ਨੂੰ ਆਊਟ ਨਾ ਦੇ ਸਕੇ, ਤੇ ਉਹ ਪਲੇਅਰ ਜਿਹਨੂੰ ਪਤਾ ਹੈ ਕਿ ਮੈਂ ਆਊਟ ਹਾਂ ਪਰ ਉਹ ਵੀ ਕ੍ਰੀਜ਼ ਤੇ ਖਲੋਤਾ ਰਹੇ। ਤੇ ਇਹੋ ਹੀ ਸੂਰਤ ਹਾਲ ਇੱਥੇ ਬਣੀ ਹੋਈ ਕਿ ਜਿਹੜੇ ਮੈਂਬਰ ਜਿੱਤ ਕੇ ਨਹੀਂ ਆਏ ਉਹ ਕਿਸੇ ਹੋਰ ਵਜ੍ਹਾ ਨਾਲ ਆ ਗਏ ਨੇ, ਜਿਹਨੂੰ ਲਿਆ ਕੇ ਉੱਥੇ ਬਿਠਾ ਦਿੱਤਾ ਗਿਆ। ਉਹਨਾਂ ਨੂੰ ਤਾਂ ਪਤਾ ਹੈ ਕਿ ਅਸੀਂ ਨਹੀਂ ਜਿੱਤੇ। ਜਾਂ ਫਾਰਮ 47 ਦੀ ਵੀ ਗੱਲ ਹੋ ਰਹੀ, ਤੇ ਉਹ ਲੋਕ ਉੱਥੇ ਆ ਕੇ ਬੈਠੇ ਨੇ ਤੇ ਉਹਨਾਂ ਦੀ ਸਾਖ ਤਾਂ ਆਲਰੇਡੀ ਖਰਾਬ ਸੀ। ਹੁਣ ਇਸ ਫੈਸਲੇ ਤੋਂ ਬਾਅਦ ਉਹ ਜਿਹੜੇ ਮਖਸੂਸ ਨਸ਼ਿਸਤਾਂ ਤੇ 78 ਲੋਕ ਬੈਠੇ ਨੇ ਉਹ ਨਿਕਲ ਜਾਣਗੇ, ਤੇ ਉਹ ਫਿਰ ਸਾਖ ਕਿੱਥੇ ਰਹੇਗੀ। ਉਹਨਾਂ ਲੋਕਾਂ ਦੀ ਵੀ ਸਾਖ ਮੁਤਾਸਰ ਹੋਈ ਕਿ ਯਾਰ ਇਹ ਆਪਣੀ ਜ਼ਾਤੀ ਸਿਆਸਤ ਦੇ ਵਿੱਚ ਇਸ ਹੱਦ ਤੱਕ ਚਲੇ ਗਏ ਨੇ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਜਾਇਜ਼ ਨਜਾਇਜ਼ ਕੀ ਹੁੰਦਾ, ਤੇ ਆਇਨ ਦੀ ਖਿਲਾਫ ਵਰਜ਼ੀ ਅਸੀਂ ਕਰਨ ਡਏ ਔਰ ਉਹਦਾ ਹਿੱਸਾ ਬਣਨ ਡਏ। ਇਹ ਇੱਕ ਗੱਲ। ਦੂਸਰੀ ਗੱਲ ਇਹ ਹੋ ਜਾਏਗੀ ਕਿ ਹਕੂਮਤ ਕੁਝ ਆਇਨੀ ਤਰਾਮੀਮ ਚਾਹੁੰਦੀ ਸੀ ਕਰਨਾ, ਕਨਸਟੀਟਿਊਸ਼ਨਲ ਅਮੈਂਡਮੈਂਟਸ ਉਹਦੇ ਪੇਸ਼ ਨਜ਼ਰ ਸੀ। ਔਰ ਇਹ ਲੋਕਾਂ ਦੇ ਸਰਕਲ ਜਿਹੜੇ ਨੇ ਇੰਟਰਨਲ ਹਕੂਮਤ ਦੇ, ਉਹਦੇ ਵਿੱਚ ਗੱਲ ਆ ਰਹੀ ਸੀ ਕਿ ਮੀਆਂ ਨਵਾਜ਼ ਸ਼ਰੀਫ ਜਿਹੜੇ ਨੇ ਉਹ ਕੁਝ ਤਰਾਮੀਮ ਵਾਸਤੇ ਹਕੂਮਤ ਨੂੰ ਕਹਿ ਰਹੇ ਨੇ ਕਿ ਕੀਤੀਆਂ ਜਾਣ। ਔਰ ਉਹਨਾਂ ਤਰਾਮੀਮ ਦਾ ਤਲਕ ਇਸੇ ਤਰ੍ਹਾਂ ਹੀ ਸੀ ਕਿ ਮੀਆਂ ਨਵਾਜ਼ ਸ਼ਰੀਫ ਦੀ ਵਾਪਸੀ ਜ਼ਰਾ ਹੋਵੇ ਔਰ ਉਹਨਾਂ ਵਾਸਤੇ ਹੋਰ ਕੁਝ ਆਸਾਨੀਆਂ ਸਿਆਸਤ ਦੇ ਵਿੱਚ ਪੈਦਾ ਹੋਣ। ਔਰ ਫਿਰ ਜਿਹੜੇ ਉਹ ਉਹਨਾਂ ਦਾ ਖਿਆਲ ਸੀ ਕਿ ਕੁਝ ਇਦਾਰੇ ਜਿਹੜੇ ਨੇ ਇਹ ਬੇਕਾਬੂ ਹੋ ਰਹੇ ਨੇ ਤੇ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਕੰਟਰੋਲ 'ਚ ਰੱਖਿਆ ਜਾਵੇ। ਠੀਕ ਹੈ, ਇਹਨਾਂ ਦੇ ਨਾਲ ਮਿਲ ਕੇ ਕੰਮ ਜ਼ਰੂਰ ਕੀਤਾ ਜਾਵੇ, ਲੇਕਿਨ ਇਹਨਾਂ ਨੂੰ ਖੁੱਲ੍ਹ ਨਾ ਦਿੱਤੀ ਜਾਵੇ। ਤੇ ਇਸ ਹਵਾਲੇ ਨਾਲ ਵੀ ਸੁਣਿਆ ਗਿਆ ਕਿ ਕੋਈ ਤਰਮੀਮ ਆ ਰਹੀ ਤੇ ਜਾਂ ਤਿਆਰੀ ਕੀਤੀ ਜਾ ਰਹੀ, ਤੇ ਇਹ ਕੁਝ ਲੋਕਾਂ ਦਾ ਖਿਆਲ ਹੈ, ਪਤਾ ਨਹੀਂ ਹੁਣ ਠੀਕ ਹੈ ਜਾਂ ਗਲਤ। ਉਹਨਾਂ ਦਾ ਖਿਆਲ ਹੈ ਕਿ ਹੁਣ ਸੂਰਤ ਹਾਲ ਇਹ ਹੋ ਜਾਏਗੀ ਕਿ ਤਹਿਰੀਕ ਇਨਸਾਫ ਦੇ ਜਦੋਂ 78 ਬੰਦੇ ਮੁਖਤਲਿਫ ਅਸੈਂਬਲੀਆਂ ਚਲੇ ਜਾਣਗੇ ਔਰ ਕੌਮੀ ਅਸੈਂਬਲੀ 'ਚ ਵੀ ਜਾ ਕੇ ਬਹਿ ਜਾਣਗੇ, ਤੇ ਫਿਰ ਇਸ ਤਰ੍ਹਾਂ ਹੋਏਗਾ ਕਿ ਉਹ ਜਿਹੜੀ 2/3 ਅਕਸਰੀਅਤ ਹੈਗੀ ਨਾ ਹਕੂਮਤ ਕੋਲ, ਉਹ ਨਹੀਂ ਰਹਿਣੀ। ਸਾਦਾ ਅਕਸਰੀਅਤ ਰਹਿ ਜਾਏਗੀ, ਕਿਉਂਕਿ ਜ਼ਾਹਿਰ ਉਹਦੇ 'ਚ ਪੀਪਲਜ਼ ਪਾਰਟੀ ਉਹਨਾਂ ਦੇ ਨਾਲ ਹੈ। ਔਰ ਇਹ ਵੀ ਸੁਣਨ 'ਚ ਆ ਰਿਹਾ ਕਿ ਪੀਪਲਜ਼ ਪਾਰਟੀ ਜਿਹੜੀ ਉਹ ਹਕੂਮਤ ਦਾ ਹਿੱਸਾ ਬਣ ਰਹੀ ਹੈ। ਗਵਰਨਰ ਤਾਂ ਤਿੰਨੇ ਲੱਗ ਗਏ ਨੇ, ਇੱਕ ਗਵਰਨਰ ਬਲੋਚਿਸਤਾਨ ਦਾ ਜਿਹੜਾ ਉਹ ਮੁਸਲਿਮ ਲੀਗ ਹੁੰਦਾ, ਤੇ 2 ਗਵਰਨਰ ਪੀਪਲਜ਼ ਪਾਰਟੀ ਦਾ, ਤੇ ਉਹ ਤਾਂ ਹਿੱਸੇਦਾਰ ਹੋ ਗਈ, ਸਦਾਰਤ ਅੱਗੇ ਹੀ ਉਹਨਾਂ ਦੇ ਕੋਲ, ਤੇ ਹੁਣ ਵਜ਼ਾਰਤਾਂ ਵੀ ਮਿਲ ਜਾਣਗੀਆਂ ਤਾਂ ਕੋਈ ਗੱਲ ਨਹੀਂ ਹੈਗੀ। ਤੇ ਲੇਕਿਨ ਇਹ ਗੱਲ ਹੈਗੀ ਕਿ ਅਗਰ ਉਹਨਾਂ ਨੇ ਕੋਈ ਤਰਮੀਮ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਨੂੰ 2/3 ਅਕਸਰੀਅਤ ਚਾਹੀਦੀ, ਜਿਹੜੀ ਉਹਨਾਂ ਕੋਲ ਨਹੀਂ ਹੋਵੇਗੀ ਹੁਣ। ਤੇ ਇਹਦੇ ਨਾਲ ਕੀ ਹੋ ਜਾਏਗਾ ਕਿ ਕਾਨੂੰਨੀ ਅਮਲ ਜਿਹੜਾ ਹੈ ਉਹ ਖਾਸਾ ਉਹਦੇ ਵਿੱਚ ਰੁਕਣ ਦਾ ਹੈਗਾ ਇਮਕਾਨ। ਅੱਛਾ, ਫੇਰ ਕੀ ਹੋਵੇਗਾ? ਇੱਕ ਇਮਕਾਨ ਮੈਂ ਗੱਲ ਕਰਨ ਡਿਆ ਵਾਂ ਜਿਹਦੇ ਤੋਂ ਮੈਨੂੰ ਇੱਕ ਚੰਗੀ ਉਮੀਦ ਵੀ ਲੱਗਣ ਡਈ ਹੈ ਕਿ ਇੱਕ ਗੇਂਦ ਚਲੀ ਜਾਏਗੀ ਸਿਆਸੀ ਕੁਵਤਾਂ ਦੇ ਕੋਰਟ ਦੇ ਵਿੱਚ। ਜਦੋਂ ਸਿਆਸੀ ਕੁਵਤਾਂ ਦੇ ਵਿੱਚ ਮਾਮਲਾ ਚਲਾ ਜਾਏਗਾ, ਉਹਨਾਂ ਨੂੰ ਆਪਸ ਦੇ ਵਿੱਚ ਡੀਲ ਕਰਨਾ ਪਏਗਾ। ਮਸਲਨ ਹਕੂਮਤ ਕਹਿੰਦੀ ਕਿ ਅਸੀਂ ਇੱਕ ਤਰਮੀਮ ਲੈ ਕੇ ਆਉਣੀ, ਤੇ ਉਹ ਉਹਨੂੰ ਇੱਕ 20 ਜਾਂ 30 ਵੋਟ ਚਾਹੀਦੇ ਨੇ ਜਿਹੜੇ ਕਿ ਕਿਤੋਂ ਨਹੀਂ ਲੱਭਣੇ ਉਹਨੂੰ ਤਹਿਰੀਕ ਇਨਸਾਫ ਤੋਂ ਸਵਾ। ਤੇ ਫਿਰ ਉਹ ਤਹਿਰੀਕ ਇਨਸਾਫ ਦੇ ਨਾਲ ਪਾਰਲੀਮੈਂਟ ਦੇ ਵਿੱਚ ਗੱਲ ਕਰੇ। ਉਹ ਗੱਲ ਜ਼ਾਹਿਰ ਹੈ ਸ਼ੁਰੂ ਦੇ ਵਿੱਚ ਸ਼ਿਕਵੇ ਸ਼ਿਕਾਇਤਾਂ ਵੀ ਹੋਣਗੀਆਂ, ਲੇਕਿਨ ਉਹ ਆਖਰ ਗੱਲ ਹੋਵੇਗੀ, ਕਿਉਂਕਿ ਜਿਹੜੇ ਮੈਂਬਰ ਮੁੰਤਖਬ ਹੋ ਕੇ ਆਏ ਨੇ ਉਹਨਾਂ ਨੇ ਕਰਨੀ ਤਾਂ ਕਾਨੂੰਨ ਸਾਜ਼ੀ ਹੈ ਨਾ।
ਤੇ ਉਹ ਗੱਲ ਹੋਏਗੀ। ਉਹਦੇ ਅਗੇਂਸਟ ਫਿਰ ਤਹਿਰੀਕ ਇਨਸਾਫ ਕੁਝ ਰਾਇਤਾਂ ਲੈ ਸਕਦੀ, ਕੁਝ ਆਪਣੀ ਪੋਜੀਸ਼ਨ ਹੋਰ ਕਨਸਟੀਟਿਊਸ਼ਨਲੀ ਤੇ ਪਾਰਲੀਮੈਂਟਰੀ ਸਤ੍ਹਾ ਦੇ ਉੱਤੇ ਮਜ਼ਬੂਤ ਕਰ ਸਕਦੀ। ਤੇ ਇਸ ਤਰ੍ਹਾਂ ਥੋੜ੍ਹੇ ਥੋੜ੍ਹੇ ਇੱਕ ਗੁੰਜਾਇਸ਼ ਬਣ ਜਾਏਗੀ। ਤੇ ਜਿਹੜਾ ਸਿਆਸੀ ਇੰਤਕਾਮ ਵਾਲੇ ਮਾਮਲਾਤ ਨੇ ਜਾਂ ਕਸ਼ੀਦਗੀ ਵਾਲੇ ਨੇ, ਉਹਨਾਂ 'ਚ ਕਮੀ ਆਣੀ ਸ਼ੁਰੂ ਹੋ ਜਾਏਗੀ। ਤੇ ਮੇਰਾ ਖਿਆਲ ਹੈ ਇਹ ਇੱਕ ਫੈਸਲਾ ਤਾਂ ਕੋਰਟ ਦਾ ਹੈਗਾ ਵੀ, ਲੇਕਿਨ ਜਿਵੇਂ ਮੈਂ ਵੇਖਣ ਡਿਆ, ਹੋ ਸਕਦਾ ਕਿਸੇ ਹੋਰ ਤਰੀਕੇ ਨਾਲ ਗੱਲ ਅੱਗੇ ਵਧੇ, ਲੇਕਿਨ ਜਿਵੇਂ ਮੈਂ ਵੇਖਣ ਡਿਆ ਤੇ ਜਿਵੇਂ ਤੁਹਾਡੇ ਨਾਲ ਗੱਲ ਕੀਤੀ, ਅਗਰ ਇਸੇ ਲਿਹਾਜ਼ ਨਾਲ ਹੀ ਇਹ ਗੱਲ ਅੱਗੇ ਵਧੀ ਤੇ ਅਸੀਂ ਉਮੀਦ ਕਰਨੇ ਆ ਕਿ ਮਜ਼ੀਦ ਕਸ਼ੀਦਗੀ ਫੈਲਣ ਤੋਂ ਬਗੈਰ ਇਹ ਚੀਜ਼ ਜਿਹੜੀ ਹੈ ਇਹ ਪਾਕਿਸਤਾਨ ਵਾਸਤੇ ਫਾਇਦੇਮੰਦ ਹੋਵੇਗੀ, ਔਰ ਪਾਕਿਸਤਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਦੀ ਬਾਲਾਦਸਤੀ ਹੈ, ਉਹ ਰੂਲ ਆਫ ਲਾ ਜਿਹੜਾ ਹੈ ਉਹ ਬਰਕਰਾਰ ਰਹੇਗਾ ਔਰ ਅੱਗੇ ਵਧੇਗੀ ਇਹ ਗੱਲ। ਤੇ ਰਹੀ ਗੱਲ ਬੈਰਿਸਟਰ ਗੋਹਰ ਦੀ ਇਹ ਵਾਲੀ ਕਿ ਉਹਨਾਂ ਨੇ ਕਿਹਾ ਕਿ ਇਹਨੂੰ ਕਿਸੇ ਡੀਲ ਦਾ ਹਿੱਸਾ ਨਾ ਸਮਝਿਆ ਜਾਵੇ, ਸਾਡੇ ਕਿਸੇ ਨਾਲ ਮੁਜ਼ਾਕਰਾਤ ਨਹੀਂ ਹੋ ਰਹੇ। ਤੇ ਜਨਾਬ ਇਜਾਜ਼ਤ ਦਿਓ, ਅਗਲੇ ਵੀਲਾਗ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ